हाँ जी, सत श्री अकाल जी सारिਆਂ ਨੂੰ ਤੇ ਚੈਨਲ ਪੰਜਾਬੀ ਇਨਫੋ ਤੇ ਤੁਹਾਡਾ ਸਭ ਦਾ ਵੈਲਕਮ ਹੈ। ਸੋ ਅੱਜ 14 ਜੂਨ ਸ਼ਾਮ ਦੀਆਂ ਕੁਝ ਖਾਸ ਖਬਰਾਂ ਪੰਜਾਬ ਅਤੇ ਦੇਸ਼ ਭਾਰਤ ਸੰਬੰਧਿਤ ਲੈ ਕੇ ਹਾਜ਼ਰ ਹੋ ਗਏ ਹਾਂ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੀ। ਪਹਿਲੀ ਖਬਰ ਆ ਰਹੀ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੀ ਗਿਣਤੀ ਵਿੱਚ 12,000 ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਨੇ ਤੇ ਜੋ ਜ਼ਿਆਦਾ ਤਾਜ਼ਾ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ 11,929 ਕੇਸ 24 ਘੰਟਿਆਂ ਵਿੱਚ ਸਾਹਮਣੇ ਆ ਚੁੱਕੇ ਨੇ ਪੂਰੇ ਭਾਰਤ ਵਿੱਚ। ਤੇ ਇਸ ਦੇ ਨਾਲ ਜਿਹੜੀ ਟੋਟਲ ਗਿਣਤੀ ਆ 2,20,922 ਤੱਕ ਪਹੁੰਚ ਚੁੱਕੀ ਹੈ ਅਤੇ 311 ਹੋਰ ਮੌਤਾਂ ਹੋਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 9,195 ਤੱਕ ਪਹੁੰਚ ਚੁੱਕੀ ਹੈ। ਇਹ ਲਗਾਤਾਰ ਤੀਸਰਾ ਦਿਨ ਹੈ ਜਦੋਂ ਦੇਸ਼ ਵਿੱਚ ਕਰੋਨਾ ਵਾਇਰਸ ਦੇ ਕੇਸ 10,000 ਤੋਂ ਲਗਾਤਾਰ ਜ਼ਿਆਦਾ ਸਾਹਮਣੇ ਆ ਰਹੇ ਨੇ। ਤੇ ਇੱਥੇ ਬਾਲਡੋਮੀਟਰ ਦੁਆਰਾ ਜਿਹੜੀ ਰਿਪੋਰਟ ਮਿਲੀ ਉਹਦੇ ਮੁਤਾਬਕ 100 ਤੋਂ ਲੈ ਕੇ 1 ਲੱਖ ਤੱਕ ਹੋਣ ਵਿੱਚ 64 ਦਿਨ ਦਾ ਸਮਾਂ ਲੱਗਿਆ ਸੀ ਭਾਰਤ ਵਿੱਚ ਤੇ ਅਗਲੇ 15 ਦਿਨ ਵਿੱਚ ਇਹ ਗਿਣਤੀ 1 ਲੱਖ ਤੋਂ 2 ਲੱਖ ਹੋ ਚੁੱਕੀ ਹੈ ਅਤੇ ਇਸ ਦੌਰਾਨ 1,45,779 ਇਸ ਵੇਲੇ ਇਲਾਜ ਦੇ ਅਧੀਨ ਮਰੀਜ਼ ਚੱਲ ਰਹੇ ਨੇ ਤੇ 1,54,329 ਮਰੀਜ਼ ਹੁਣ ਤੱਕ ਤੰਦਰੁਸਤ ਵੀ ਹੋ ਚੁੱਕੇ ਨੇ। ਕਰੋਨਾ ਵਾਇਰਸ ਦੇ ਕਾਰਨ ਪਿਛਲੇ ਦਿਨੀ ਜੋ ਮੌਤਾਂ ਹੋਈਆਂ ਉਹਦੇ ਵਿੱਚ ਦਿੱਲੀ ਵਿੱਚ ਸਭ ਤੋਂ ਜ਼ਿਆਦਾ 129 ਮੌਤਾਂ, ਮਹਾਰਾਸ਼ਟਰ ਵਿੱਚ 127 ਹੋਈਆਂ ਨੇ ਤੇ ਰਾਜਧਾਨੀ ਦਿੱਲੀ ਵਿੱਚ ਅੱਜ ਸਭ ਤੋਂ ਵੱਡੀ ਗਿਣਤੀ ਵਿੱਚ 2,000 ਕੇਸ ਪਿਛਲੇ ਦਿਨ ਸਾਹਮਣੇ ਆਏ ਨੇ। ਤੇ ਅਗਲੀ ਖਬਰ ਹੈ ਕਿ ਰਾਜਪੁਰਾ ਵਿੱਚ ਇੱਕ 4 ਸਾਲ ਦੀ ਬੱਚੀ ਕਰੋਨਾ ਨਾਲ ਪੋਜ਼ਿਟਿਵ ਪਾਈ ਗਈ ਹੈ। ਰਾਜਪੁਰਾ ਦੇ ਪਿੰਡ ਸ਼ਾਮਦੋ ਕੈਂਪ ਵਿੱਚ ਜ਼ਹਿਰੀਨਾ ਮਾਨਤ ਦੇ ਉਸ ਘਰ ਵਿੱਚ ਉਸ ਦੀ ਲੜਕੀ, ਉਸ ਦਾ ਪਤੀ ਅਤੇ ਇੱਕ 4 ਸਾਲਾ ਲੜਕੀ ਝਾਂਸੀ ਤੋਂ 8 ਜੂਨ ਨੂੰ ਵਾਪਸ ਆਏ ਸਨ। ਜਦੋਂ ਇਸ ਦਾ ਸਥਾਨਕ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪਿੰਡ ਦੇ ਸਰਪੰਚ ਨੇ ਸਿਵਲ ਹਸਪਤਾਲ ਰਾਜਪੁਰਾ ਨੂੰ ਸੂਚਨਾ ਕੀਤੀ ਇਸ ਸੰਬੰਧੀ ਦੀ ਅਤੇ ਉਸ ਤੋਂ ਬਾਅਦ ਟੈਸਟ ਸੈਂਪਲ ਲਏ ਜਾਣ ਤੋਂ ਬਾਅਦ 4 ਸਾਲਾ ਬੱਚੀ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਤੇ ਕਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਇੱਕ ਦਿਨ ਵਿੱਚ ਹੀ 6 ਮੌਤਾਂ ਹੋ ਚੁੱਕੀਆਂ ਹਨ ਤੇ ਜਿਸ ਦੇ ਨਾਲ ਟੋਟਲ ਗਿਣਤੀ ਹੁਣ ਤੱਕ ਸੰਕਰਮਿਤ ਮਰੀਜ਼ਾਂ ਦੀ ਜਿਹੜੀ ਟੋਟਲ ਗਿਣਤੀ ਆ ਉਹ 3,170 ਤੱਕ ਪਹੁੰਚ ਚੁੱਕੀ ਹੈ। ਪਿਛਲੇ 13 ਦਿਨਾਂ ਦੇ ਵਿੱਚ 26 ਮੌਤਾਂ ਹੋਈਆਂ ਹਨ ਤੇ 826 ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਆਏ ਨੇ ਅਤੇ ਪਿਛਲੇ ਦਿਨ 88 ਨਵੇਂ ਕੇਸ ਪੰਜਾਬ ਵਿੱਚ ਆਉਣ ਦੀ ਖਬਰ ਪ੍ਰਾਪਤ ਹੋਈ ਹੈ। ਜਿਹੜੇ ਜ਼ਿਲ੍ਹਿਆਂ ਵਿੱਚ ਨਵੇਂ ਕੇਸ ਆਏ ਨੇ ਪਿਛਲੇ 24 ਘੰਟਿਆਂ ਵਿੱਚ ਉਹਨਾਂ ਵਿੱਚ ਲੁਧਿਆਣਾ ਵਿੱਚ 27 ਕੇਸ ਆਏ ਨੇ, ਅੰਮ੍ਰਿਤਸਰ ਵਿੱਚ 19, ਮੋਹਾਲੀ ਵਿੱਚ 11, ਜਲੰਧਰ, ਪਠਾਨਕੋਟ ਅਤੇ ਸੰਗਰੂਰ ਵਿੱਚ 4-4 ਕੇਸ ਆਏ ਨੇ, ਪਟਿਆਲਾ ਵਿੱਚ 7, ਬਰਨਾਲਾ ਵਿੱਚ 2, ਰੋਪੜ 3, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ, ਤਰਨਤਾਰਨ, ਫਤਿਹਗੜ੍ਹ ਸਾਹਿਬ, ਬਠਿੰਡਾ ਅਤੇ ਮੁਕਤਸਰ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ। ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨੇ ਤੇ ਰੋਸ ਪ੍ਰਦਰਸ਼ਨ। ਲਾਕਡਾਊਨ ਦੇ ਦਰਮਿਆਨ ਸ਼ਨੀਵਾਰ ਅਤੇ ਐਤਵਾਰ ਨੂੰ ਹਰ ਤਰ੍ਹਾਂ ਦੀਆਂ ਦੁਕਾਨਾਂ ਬੰਦ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ਤਾਂ ਇਸ ਦੇ ਵਿਰੋਧ ਵਿੱਚ ਅੰਮ੍ਰਿਤਸਰ ਦੇ ਸਾਬਕਾ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਸਾਬਕਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਲਾਕਡਾਊਨ ਦਾ ਮਤਲਬ ਪੂਰਾ ਲਾਕਡਾਊਨ ਹੋਣਾ ਚਾਹੀਦਾ ਹੈ। ਸਰਕਾਰ ਨੇ ਬਾਕੀ ਕਾਰੋਬਾਰ ਬੰਦ ਕਰ ਦਿੱਤੇ ਹਨ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ। ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਕਰੋਨਾ ਵਾਇਰਸ ਦੇ ਮਾਮਲੇ ਜਿੱਥੇ ਲਗਾਤਾਰ ਵੱਧ ਰਹੇ ਤਾਂ ਉਸ ਤੋਂ ਬਾਅਦ ਕਈ ਥਾਵਾਂ ਵਿੱਚ ਅਜਿਹੀਆਂ ਲਾਪਰਵਾਹੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਖਬਰ ਤੇਲੰਗਾਨਾ ਤੋਂ ਆ ਰਹੀ ਹੈ ਕਿ ਤੇਲੰਗਾਨਾ ਦੀ ਸੰਗਰੇਡੀ ਵਿੱਚ ਇੱਕ ਕਰੋਨਾ ਦੀ ਸਕਾਰਾਤਮਕ ਔਰਤ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਏ 25 ਵਿਅਕਤੀਆਂ ਵਿੱਚੋਂ 19 ਨੂੰ ਕਰੋਨਾ ਨਾਲ ਪੋਜ਼ਿਟਿਵ ਪਾਇਆ ਗਿਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਕਰਦਿਆਂ ਬਿਨਾਂ ਕਰੋਨਾ ਟੈਸਟ ਦੀ ਰਿਪੋਰਟ ਕੀਤਿਆਂ ਔਰਤ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਹਵਾਲੇ ਕਰ ਦਿੱਤੀ ਗਈ, ਜਿਸ ਤੋਂ ਬਾਅਦ ਪੂਰੇ ਰੀਤੀ ਰਿਵਾਜ਼ਾਂ ਦੇ ਅਨੁਸਾਰ ਉਸ ਔਰਤ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਕਰੋਨਾ ਦੀ ਰਿਪੋਰਟ ਪੋਜ਼ਿਟਿਵ ਆਈ ਤਾਂ ਉਸ ਔਰਤ ਦੀ ਉਸ ਤੋਂ ਬਾਅਦ ਜਦੋਂ ਟੈਸਟ ਲਏ ਗਏ ਤਾਂ 25 ਵਿਅਕਤੀਆਂ ਦੇ ਵਿੱਚੋਂ 19 ਹੋਰ ਵਿਅਕਤੀ ਵੀ ਇਸ ਵਾਇਰਸ ਦੇ ਨਾਲ ਸੰਕਰਮਿਤ ਪਾਏ ਗਏ। ਸੋ ਅਗਲੀ ਖਬਰ ਹੈ ਕਿ ਸਾਲ 2020 ਦਾ ਪਹਿਲਾ ਸੂਰਜ ਗ੍ਰਹਿਣ 21 ਜੂਨ ਨੂੰ ਲੱਗੇਗਾ, ਜਿਹੜਾ ਕਿ ਭਾਰਤ ਦੇ ਲਗਭਗ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਦੇ ਸਮੇਂ ਦੇਖਣ ਨੂੰ ਮਿਲੇਗਾ ਅਤੇ 2020 ਦਾ ਪਹਿਲਾ ਸੂਰਜ ਗ੍ਰਹਿਣ ਹੈ ਅਤੇ ਇੱਕ ਵੱਖਰੀ ਦਿੱਖ ਵਾਲਾ ਹੋਵੇਗਾ ਜਿਸ ਦੇ ਵਿੱਚ ਸੂਰਜ ਇੱਕ ਕੰਗਣ ਦੀ ਤਰ੍ਹਾਂ ਦਿਖਾਈ ਦੇਵੇਗਾ। ਸੋ ਅਗਲੀ ਖਬਰ ਹੈ ਕਿ ਕੇਜਰੀਵਾਲ ਦੀ ਮਦਦ ਲਈ ਅਮਿਤ ਸ਼ਾਹ ਵੱਲੋਂ ਵੱਡਾ ਐਲਾਨ। ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਲਈ ਬੈੱਡਾਂ ਦੀ ਘਾਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਫੈਸਲਾ ਲਿਆ ਕਿ ਦਿੱਲੀ ਨੂੰ 500 ਰੇਲਵੇ ਕੋਚ ਦੇਣ ਦਾ ਜਿਹੜਾ ਫੈਸਲਾ ਲਿਆ ਗਿਆ ਹੈ, ਜਿਸ ਦੇ ਨਾਲ ਰੇਲਵੇ ਕੋਚ ਵਿੱਚ ਨਾ ਕਿ ਦਿੱਲੀ ਵਿੱਚ 8,000 ਬੈੱਡ ਵਧਾਏਗਾ ਬਲਕਿ ਲਾਗ ਨਾਲ ਲੜਨ ਲਈ ਕੋਚ ਦੀਆਂ ਸਾਰੀਆਂ ਸਹੂਲਤਾਂ ਇਸ ਵਿੱਚ ਲੈਸ ਹੋਣਗੀਆਂ। ਸੋ ਅਗਲੀ ਖਬਰ ਹੈ ਕਿ ਝੋਨੇ ਦੀ ਲਵਾਈ ਲਈ ਪੰਚਾਇਤੀ ਮਤਿਆਂ ਤੇ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਖਤੀ। ਤੇ ਇੱਥੇ ਜ਼ਿਕਰਯੋਗ ਹੈ ਕਿ ਕਈ ਪਿੰਡਾਂ ਵਿੱਚ ਝੋਨੇ ਦੀ ਲਵਾਈ ਫਿਕਸ ਕੀਤੀ ਗਈ ਹੈ, ਜਿਸ ਤੋਂ ਬਾਅਦ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸ ਦੇ ਸੰਬੰਧੀ ਸਖਤੀ ਅਪਣਾਈ ਹੈ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਚਕਾਰ ਜਿਹੜੀ ਸਖਤ ਇਹ ਰੇਟ ਫਿਕਸ ਕਰਕੇ ਉਹਨਾਂ ਦਾ ਜਿਹੜਾ ਰਿਸ਼ਤਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ
ਪਿੰਡ ਦੀ ਲੇਬਰ ਨੂੰ ਕੰਮ ਕਰਨ ਲਈ ਮਜਬੂਰ ਕਰਨ ਅਤੇ ਮਤੇ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਸਮਾਜਿਕ ਬਾਈਕਾਟ ਕਰਨ ਦੇ ਫਰਮਾਨ ਦਾ ਵੀ ਸਖਤ ਨੋਟਿਸ ਲਿਆ ਜਾਵੇਗਾ। ਸੋ ਅਗਲੀ ਖਬਰ ਹੈ ਕਿ ਫਸਲਾਂ ਦੇ ਭਾਅ ਬਾਰੇ ਭਗਵੰਤ ਮਾਨ ਨੇ ਮੋਦੀ ਨੂੰ ਲਿਖੀ ਚਿੱਠੀ, ਹਰਸਿਮਰਤ ਕੌਰ ਬਾਦਲ ਦਾ ਮੰਗਿਆ ਅਸਤੀਫਾ। ਉਹਨਾਂ ਨੇ ਕਿਹਾ ਕਿ ਜਦੋਂ ਕੈਬਨਿਟ ਵਿੱਚ ਪੰਜਾਬ ਦੇ ਅਧਿਕਾਰਾਂ ਤੇ ਕਿਸਾਨਾਂ ਤੇ ਡਾਕਾ ਮਾਰਨ ਦਾ ਫੈਸਲਾ ਲਿਆ ਜਾ ਰਿਹਾ ਸੀ ਤਾਂ ਉਸ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੁੱਪੀ ਧਾਰ ਲਈ ਤੇ ਉਹਨਾਂ ਨੇ ਪੱਤਰ ਰਾਹੀਂ ਲਿਖਿਆ ਕਿ ਆਰਡੀਨੈਂਸ ਦੇ ਕਿਸਾਨਾਂ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਕੇ ਤਿੰਨੇ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਰਡੀਨੈਂਸ ਨਾ ਸਿਰਫ ਕਿਸਾਨਾਂ, ਖੇਤ ਮਜ਼ਦੂਰਾਂ ਲਈ ਨਹੀਂ ਸਗੋਂ ਆੜ੍ਹਤੀਆਂ, ਮੁਨੀਮਾਂ, ਪੱਲੇਦਾਰਾਂ ਤੇ ਟਰਾਂਸਪੋਰਟਰਾਂ ਦੀ ਹੋਂਦ ਨੂੰ ਵੀ ਖਤਮ ਕਰ ਦੇਣਗੇ। ਸੋ ਅਗਲੀ ਖਬਰ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਇੱਕ ਬਿਆਨ ਜਾਰੀ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਇਲਾਜ ਨਾ ਮਿਲਣ ਦੇ ਕਾਰਨ ਕਰੋਨਾ ਪੋਜ਼ੀਟਿਵ ਵਿਅਕਤੀ ਜਾਂਚ ਦੇ ਲਈ ਪੰਜਾਬ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਅੱਵਲ ਦਰਜੇ ਦੇ ਸਵਾਸਥ ਸੁਵਿਧਾਵਾਂ ਵੱਲ ਦਾਅਵਾ ਕਰਨ ਵਾਲੀ ਦਿੱਲੀ ਸਰਕਾਰ ਆਪਣੇ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਦੇ ਲੱਛਣ ਵਾਲੇ ਵਿਅਕਤੀਆਂ ਦੇ ਟੈਸਟ ਕਰਵਾਉਣ ਵਿੱਚ ਅਸਫਲ ਰਹੀ ਹੈ। ਸੋ ਅਗਲੀ ਖਬਰ ਹੈ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ CM ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਕਰੋਨਾ ਵਾਇਰਸ ਆਪਣੇ ਸਿਖਰਾਂ ਦੇ ਉੱਪਰ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਲਗਭਗ 1.5 ਮਹੀਨਾ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹਾ ਹੀ ਬਿਆਨ ਜਾਰੀ ਕੀਤਾ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੁਲਾਈ ਸਤੰਬਰ ਦੇ ਮਹੀਨਿਆਂ ਦੌਰਾਨ ਕਰੋਨਾ ਵਾਇਰਸ ਆਪਣੇ ਸਿਖਰ 'ਤੇ ਹੋਵੇਗਾ, ਤਾਂ ਜਿਸ ਤੋਂ ਬਾਅਦ ਇਹਨਾਂ ਦਾ ਬਿਆਨ 'ਤੇ ਕਾਫੀ ਵਿਵਾਦ ਖੜ੍ਹੇ ਹੋਏ ਸਨ। ਪਰ ਇਸ ਵਿੱਚ ਥੋੜ੍ਹੀ ਜਿਹੀ ਸੱਚਾਈ ਸਾਬਤ ਹੁੰਦੇ ਹੁਣ ਦੇਖਿਆ ਜਾ ਰਿਹਾ ਕਿ ਜੂਨ ਤੋਂ ਬਾਅਦ ਹੀ ਪੰਜਾਬ ਦੇ ਨਾਲ ਪੂਰੇ ਭਾਰਤ ਵਿੱਚ ਕੇਸ ਨੇ ਵੱਡੀ ਤਾਦਾਦ ਵਿੱਚ ਵਧਣੇ ਆਰੰਭ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਯੂਨੀਵਰਸਿਟੀਆਂ ਤੇ ਕਾਲਜ ਦੀਆਂ ਪ੍ਰੀਖਿਆਵਾਂ ਦੇ ਸੰਬੰਧੀ ਫੈਸਲਾ 30 ਜੂਨ ਤੋਂ ਬਾਅਦ ਲਿਆ ਜਾਵੇਗਾ ਅਤੇ ਉਹਨਾਂ ਨੇ ਕਿਹਾ ਕਿ ਜੋ ਵੀ ਕੇਂਦਰ ਸਰਕਾਰ ਵੱਲੋਂ ਨਵਾਂ ਨਿਰਦੇਸ਼ ਦਿੱਤੇ ਜਾਣਗੇ ਉਹਨਾਂ ਦੇ ਆਧਾਰ 'ਤੇ ਹੀ ਕਾਲਜ ਤੇ ਯੂਨੀਵਰਸਿਟੀਆਂ ਦੇ ਇਮਤਿਹਾਨਾਂ ਦੀ ਤਰੀਕਾਂ ਫਿਕਸ ਕੀਤੀਆਂ ਜਾਣਗੀਆਂ।